ਪੁਨਰ ਜਾਗਰਣ ਦੇ ਉਭਾਰ ਦੇ ਕਾਰਨ। ਹੁਣ ਆਧੁਨਿਕ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪੁਨਰ ਜਾਗਰਣ ਦਾ ਆਰੰਭ ਯੂਰਪੀ ਇਤਿਹਾਸ ਦੇ ਵਿੱਚ ਕੋਈ ਅਚਾਨਕ ਘਟਨਾ ਨਹੀਂ ਹੈ, ਸਗੋਂ ਇਸ ਦੇ ਚਿੰਨ੍ਹ ਪਹਿਲਾਂ ਤੋਂ ਹੀ ਮੌਜੂਦ ਸਨ। ਹੁਣ ਪੁਨਰ ਜਾਗਰਣ ਦੇ ਉਭਾਰ ਦੇ ਬਹੁਤ ਕਾਰਨ ਸਨ। ਜਿਵੇਂ ਹਰ ਇੱਕ ਘਟਨਾ ਦੇ ਕਾਰਨ ਹੁੰਦੇ ਨੇ, ਇਸੇ ਤਰ੍ਹਾਂ ਪੁਨਰ ਜਾਗਰਣ ਦੇ ਵੀ ਅਨੇਕਾਂ ਕਾਰਨ ਸਨ, ਜਿਨ੍ਹਾਂ ਦੇ ਵਿੱਚੋਂ ਪਹਿਲਾ ਸਮੰਤਵਾਦ ਦਾ ਪਤਨ। ਸਮੰਤ ਪ੍ਰਥਾ ਮੱਧਕਾਲੀਨ ਸਮਾਜ ਦੀ ਇੱਕ ਵਿਸ਼ੇਸ਼ਤਾ ਰਹੀ ਹੈ, ਪਰ ਇਸ ਪ੍ਰਥਾ ਦਾ ਯੂਰਪੀ ਦੇਸ਼ਾਂ ਦੇ ਵਿੱਚ 14ਵੀਂ ਸਦੀ ਤੋਂ ਬਾਅਦ ਪਤਨ ਸ਼ੁਰੂ ਹੋ ਗਿਆ ਸੀ। ਇਸ ਦੇ ਪਤਨ ਦਾ ਅਸਲ ਕਾਰਨ ਮੱਧ ਵਰਗ ਦੀ ਸ਼ਕਤੀ ਦਾ ਉਭਾਰ ਸੀ। ਜਿਹੜੇ ਮੱਧ ਵਰਗ ਦੇ ਅਮੀਰ ਲੋਕ ਸੀਗੇ, ਇਹਨਾਂ ਨੇ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਸਮਰਾਟਾਂ ਨੂੰ ਯੁੱਧਾਂ ਦੇ ਵਾਸਤੇ ਸੈਨਾ ਰੱਖਣ ਦੇ ਲਈ ਧਨ ਰਾਸ਼ੀ, ਪੈਸਾ ਦੇਣਾ ਸ਼ੁਰੂ ਕੀਤਾ। ਹੁਣ ਇਸ ਤਰ੍ਹਾਂ ਰਾਜਿਆਂ ਦੀ ਸਮੰਤਾਂ ਦੇ ਉੱਤੇ ਨਿਰਭਰਤਾ ਘਟ ਗਈ, ਕਿਉਂਕਿ ਸਮੰਤ ਪਹਿਲਾਂ ਰਾਜਿਆਂ ਨੂੰ ਸੈਨਾ ਤਿਆਰ ਕਰਕੇ ਦਿੰਦੇ ਸਨ। ਇਸ ਲਈ ਰਾਜਿਆਂ ਦੀ ਜਾਂ ਸਮਰਾਟਾਂ ਦੀ ਸਮੰਤਾਂ ਉੱਤੇ ਨਿਰਭਰਤਾ ਖਤਮ ਹੋ ਗਈ। ਇਸ ਤੋਂ ਬਿਨਾਂ ਵਣਜ ਵਪਾਰ ਦੇ ਵਿੱਚ ਉੱਨਤੀ ਆਈ, ਕੀਮਤਾਂ 'ਚ ਵਾਧਾ ਹੋਇਆ, ਜਿਸ ਦਾ ਫਾਇਦਾ ਮੱਧ ਵਰਗ ਦੇ ਵਪਾਰੀਆਂ ਨੂੰ ਹੋਇਆ। ਸਮੰਤਾਂ ਦੀਆਂ ਜ਼ਮੀਨਾਂ ਸੀ, ਉਹਨਾਂ ਦੇ ਕਿਰਾਏ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ, ਜਿਸ ਕਰਕੇ ਸਮੰਤਾਂ ਨੂੰ ਕਰਜ਼ੇ ਲੈਣੇ ਪਏ। ਜਦੋਂ ਕਰਜ਼ੇ ਨਾ ਚੁਕਾ ਸਕੇ, ਨਾ ਵਾਪਸ ਮੋੜ ਸਕੇ, ਤਾਂ ਉਹਨਾਂ ਨੂੰ ਜ਼ਮੀਨਾਂ ਵੇਚਣੀਆਂ ਪਈਆਂ, ਜਿਸ ਦਾ ਨਤੀਜਾ ਕੀ ਹੋਇਆ? ਸਮੰਤਵਾਦ ਨੂੰ ਧੱਕਾ ਲੱਗਿਆ। ਜਿਹੜੀ ਇੱਕ ਪੁਰਾਤਨ ਸੰਸਥਾ ਸੀ, ਪੁਰਾਤਨ ਸੰਸਥਾਵਾਂ ਦੇ ਅੰਤ ਨੇ ਪੁਨਰ ਜਾਗਰਣ ਦੇ ਉਭਾਰ ਦੇ ਲਈ ਰਸਤਾ ਸਾਫ਼ ਕੀਤਾ। ਪੁਨਰ ਜਾਗਰਣ ਦਾ ਦੂਸਰਾ ਕਾਰਨ ਧਰਮ ਯੁੱਧਾਂ ਦਾ ਪ੍ਰਭਾਵ। ਈਸਾਈਆਂ ਅਤੇ ਮੱਧ ਏਸ਼ੀਆ ਦੇ ਤੁਰਕਾਂ ਦੇ ਵਿੱਚ 11ਵੀਂ ਤੋਂ 14ਵੀਂ ਸਦੀ ਦੇ ਵਿੱਚ ਲੜੇ ਜਾਣ ਵਾਲੇ ਉਹ ਯੁੱਧ, ਜੋ ਈਸਾਈ ਧਰਮ ਦੇ ਜੇਰੂਸਲਮ ਦੇ ਵਿੱਚ ਸਥਿਤ ਤੀਰਥ ਸਥਾਨਾਂ ਉੱਤੇ ਅਧਿਕਾਰ ਲਈ ਲੜੇ ਗਏ ਸਨ। ਇਹਨਾਂ ਯੁੱਧਾਂ ਸਮੇਂ ਪੱਛਮੀ ਦੇਸ਼ਾਂ ਦੇ ਈਸਾਈ ਵਿਦਵਾਨਾਂ ਦਾ ਪੂਰਬੀ ਦੇਸ਼ਾਂ ਦੇ ਲੋਕਾਂ ਨਾਲ, ਉਹਨਾਂ ਦੀ ਸੱਭਿਅਤਾ ਦੇ ਨਾਲ ਸੰਪਰਕ ਬਣਿਆ। ਜਿਹੜੀ ਪੱਛਮੀ ਦੇਸ਼ਾਂ ਦੀ ਸੱਭਿਅਤਾ ਨਾਲੋਂ ਜ਼ਿਆਦਾ ਪੁਰਾਣੀ ਅਤੇ ਜ਼ਿਆਦਾ ਵਿਕਸਿਤ ਸੀ। ਪੱਛਮੀ ਦੇਸ਼ਾਂ ਦੇ ਬਹੁਤ ਸਾਰੇ ਵਿਦਵਾਨ ਕਹਿਰਾ ਅਤੇ ਪੂਰਬ ਦੇ ਹੋਰ ਜਿਹੜੇ ਪ੍ਰਸਿੱਧ ਨਗਰ ਸੀ, ਉਹਨਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਗਏ। ਇਹਨਾਂ ਹੀ ਵਿਦਵਾਨਾਂ ਨੇ ਪ੍ਰਾਚੀਨ ਸਾਹਿਤ ਕਲਾ ਦਾ ਅਧਿਐਨ ਕੀਤਾ, ਜਿਸ ਦੇ ਯੂਰਪੀ ਦੇਸ਼ਾਂ ਦੇ ਵਿੱਚ ਪ੍ਰਸਾਰ ਨੇ ਪੁਨਰ ਜਾਗਰਣ ਦੇ ਉਭਾਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਪੁਨਰ ਜਾਗਰਣ ਦੇ ਉਭਾਰ ਦਾ ਤੀਸਰਾ ਕਾਰਨ ਚਰਚ ਦੇ ਪ੍ਰਭਾਵ ਵਿੱਚ ਕਮੀ। ਮੱਧਕਾਲ ਵਿੱਚ ਚਰਚ ਦਾ ਲੋਕਾਂ ਦੇ ਜੀਵਨ ਦੇ ਉੱਤੇ ਬਹੁਤ ਡੂੰਘਾ ਪ੍ਰਭਾਵ ਸੀ। ਜਨਮ ਤੋਂ ਮੌਤ ਤੱਕ ਹਰ ਵਿਅਕਤੀ
ਆਪਣੀ ਸਿੱਖਿਆ, ਵਿਆਹ, ਰੁਜ਼ਗਾਰ, ਬਿਮਾਰੀ, ਦਾਨ ਤੇ ਮੁਕਤੀ ਪ੍ਰਾਪਤ ਕਰਨ ਦੇ ਲਈ ਚਰਚ ਉੱਤੇ ਇੰਨਾ ਜ਼ਿਆਦਾ ਨਿਰਭਰ ਰਹਿੰਦਾ ਸੀ ਕਿ ਅੱਜ ਕੱਲ੍ਹ ਧਰਮ ਨਿਰਪੱਖਤਾ ਦੇ ਯੁੱਗ ਦੇ ਵਿੱਚ ਇਸ ਦਾ ਅੰਦਾਜ਼ਾ ਲਾਉਣਾ ਅਸੰਭਵ ਹੀ ਜਾਪਦਾ ਹੈ। ਪਰ 13ਵੀਂ ਅਤੇ 14ਵੀਂ ਸਦੀ ਦੇ ਵਿੱਚ ਕਈ ਸ਼ਕਤੀਸ਼ਾਲੀ ਸਮਰਾਟਾਂ ਨੇ ਚਰਚ ਦੀ ਸ਼ਕਤੀ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਜੇ ਦੇਖਿਆ ਜਾਵੇ 1296 ਈਸਵੀ ਦੇ ਵਿੱਚ ਫਰਾਂਸ ਦੇ ਸ਼ਕਤੀਸ਼ਾਲੀ ਸਮਰਾਟ ਫਿਲਿਪ ਚੌਥੇ ਨੇ ਪੋਪ ਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਸੀ, ਜਿਸ ਦੇ ਨਾਲ ਪੋਪ ਦੀ ਸ਼ਕਤੀ, ਉਸ ਦੇ ਸਨਮਾਨ ਨੂੰ ਸੁਭਾਵਿਕ ਹੀ ਹੈ ਵੀ ਠੇਸ ਪਹੁੰਚੀ। ਪੋਪ ਦੇ ਅਨੁਚਿਤ ਪ੍ਰਭਾਵ, ਪਾਦਰੀਆਂ ਦੇ ਭ੍ਰਿਸ਼ਟਾਚਾਰੀ ਤੇ ਅਨੈਤਿਕ ਜੀਵਨ ਕਰਕੇ ਲੋਕਾਂ ਦੀ ਚਰਚ ਦੇ ਪ੍ਰਤੀ ਸ਼ਰਧਾ ਖਤਮ ਹੋਣ ਲੱਗੀ। ਹੌਲੀ ਹੌਲੀ ਲੋਕਾਂ ਦੇ ਵਿਚਾਰਾਂ ਦੇ ਵਿੱਚ ਤਬਦੀਲੀ ਆਈ, ਜਿਸ ਨੇ ਪੁਨਰ ਜਾਗਰਣ ਦਾ ਰੂਪ ਧਾਰਨ ਕਰ ਲਿਆ। ਚੌਥਾ ਕਾਰਨ ਵਪਾਰਕ ਪੂੰਜੀਪਤੀਆਂ ਦੀ ਸ਼੍ਰੇਣੀ ਦਾ ਉਭਾਰ। ਹੁਣ ਧਰਮ ਯੁੱਧਾਂ ਦੇ ਕਰਕੇ ਪੱਛਮੀ ਸੱਭਿਅਤਾ ਦੇ ਦੇਸ਼ਾਂ ਦਾ ਪੂਰਬੀ ਯੂਰਪ ਦੇ ਦੇਸ਼ਾਂ ਨਾਲ ਸੰਪਰਕ ਬਣਿਆ ਸੀ। 13ਵੀਂ ਸਦੀ ਤੋਂ ਬਾਅਦ ਯੂਰਪੀ ਦੇਸ਼ਾਂ ਦੇ ਲੋਕਾਂ ਨੇ ਪੂਰਬੀ ਦੇਸ਼ਾਂ ਦੇ ਨਾਲ ਵਪਾਰਕ ਸੰਬੰਧ ਵੀ ਬਣਾ ਲਏ, ਜਿਸ ਕਰਕੇ ਇਟਲੀ ਅਤੇ ਕਈ ਹੋਰ ਯੂਰਪੀ ਦੇਸ਼ਾਂ ਦੇ ਵਪਾਰੀਆਂ ਨੇ, ਸੌਦਾਗਰਾਂ ਨੇ ਬਹੁਤ ਸਾਰਾ ਪੈਸਾ ਕਮਾਇਆ। ਨਤੀਜਾ ਕੀ ਹੋਇਆ? ਯੂਰਪੀ ਦੇਸ਼ਾਂ ਦੇ ਵਿੱਚ ਇੱਕ ਪੂੰਜੀਪਤੀਆਂ ਦੀ ਨਵੀਂ ਸ਼੍ਰੇਣੀ ਉੱਭਰ ਕੇ ਸਾਹਮਣੇ ਆਈ। ਇਹਨਾਂ ਅਮੀਰ ਵਰਗ ਦੇ ਲੋਕਾਂ ਨੇ, ਜਿਹੜੀ ਨਵੀਂ ਸ਼੍ਰੇਣੀ ਸੀ ਪੂੰਜੀਪਤੀਆਂ ਦੀ, ਉਹਨਾਂ ਲੋਕਾਂ ਨੇ ਕਲਾਕਾਰਾਂ, ਵਿਦਵਾਨਾਂ ਦੀ ਸਰਪ੍ਰਸਤੀ ਕੀਤੀ। ਸਰਪ੍ਰਸਤੀ ਕਾਰਨ ਕਲਾ ਦਾ, ਸਾਹਿਤ ਦਾ ਵਿਕਾਸ ਹੋਇਆ, ਜਿਸ ਨੇ ਲੋਕਾਂ ਦੇ ਦ੍ਰਿਸ਼ਟੀਕੋਣ ਦੇ ਵਿੱਚ ਵਿਸ਼ਾਲਤਾ ਲਿਆਂਦੀ, ਤਬਦੀਲੀ ਲਿਆਂਦੀ। ਅਗਲਾ ਪੁਆਇੰਟ ਛਾਪੇਖਾਨੇ ਦੀ ਕਾਢ। 1454 ਈਸਵੀ ਦੇ ਵਿੱਚ ਮੇਨਜ਼ ਦੇ ਜਾਨ ਗੁਟੇਨਬਰਗ ਨੇ ਛਾਪੇਖਾਨੇ ਦੀ ਕਾਢ ਕੱਢੀ। ਅਗਲੇ 20 ਸਾਲਾਂ ਵਿੱਚ ਇਟਲੀ ਦੇ ਵਿੱਚ ਕਈ ਛਾਪੇਖਾਨੇ ਸਥਾਪਿਤ ਹੋ ਗਏ ਸਨ। 1477 ਈਸਵੀ ਦੇ ਵਿੱਚ ਇੰਗਲੈਂਡ ਦੇ ਵੈਸਟਮਿਨਿਸਟਰ ਨਗਰ ਦੇ ਵਿੱਚ ਵਿਲੀਅਮ ਕੈਕਸਟਨ ਨੇ ਪਹਿਲਾ ਛਾਪਾਖਾਨਾ ਲਗਾਇਆ। ਹੁਣ ਇਸ ਸਮੇਂ ਤੱਕ ਕਾਗਜ਼ ਸਸਤੇ ਰੂਪ ਦੇ ਵਿੱਚ ਮਿਲਣ ਲੱਗ ਪਿਆ ਸੀ। ਹੁਣ ਕਾਫੀ ਗਿਣਤੀ ਦੇ ਵਿੱਚ ਕਿਤਾਬਾਂ ਛਪਣ ਲੱਗੀਆਂ। ਕਿਤਾਬਾਂ ਨੂੰ ਪੜ੍ਹ ਕੇ ਲੋਕਾਂ ਦੇ ਗਿਆਨ ਵਿੱਚ ਵਾਧਾ ਹੋਇਆ, ਐਜੂਕੇਸ਼ਨ ਦਾ ਵੀ ਵਿਕਾਸ ਹੋਇਆ। ਸਿੱਖਿਆ ਦੇ ਉੱਤੇ ਚਰਚ ਦਾ ਏਕਾਧਿਕਾਰ ਸਮਾਪਤ ਹੋ ਗਿਆ। ਜਿਹੜਾ ਕਿ ਪਹਿਲਾਂ ਸਿੱਖਿਆ ਦੇਣਾ ਚਰਚ ਦਾ ਅਧਿਕਾਰ ਸੀ, ਹੁਣ ਉਹ ਖਤਮ ਹੋ ਗਿਆ। ਅਗਲਾ ਕਾਰਨ ਕੁਸਤੁਨਤੁਨੀਆ ਉੱਤੇ ਤੁਰਕਾਂ ਦਾ ਕਬਜ਼ਾ। 1453 ਈਸਵੀ ਵਿੱਚ ਤੁਰਕਾਂ ਦੇ ਵੱਲੋਂ ਕੁਸਤੁਨਤੁਨੀਆ ਉੱਤੇ ਅਧਿਕਾਰ ਪੁਨਰ ਜਾਗਰਣ ਲਈ ਅਸਿੱਧੇ ਤੌਰ 'ਤੇ ਸਹਾਇਕ ਸਿੱਧ ਹੋਇਆ। ਕੁਸਤੁਨਤੁਨੀਆ ਪੁਰਾਣੇ ਪੂਰਬੀ ਰੋਮਨ ਸਾਮਰਾਜ ਦੀ ਰਾਜਧਾਨੀ ਅਤੇ ਸੱਭਿਆਚਾਰ ਦਾ ਪ੍ਰਸਿੱਧ ਕੇਂਦਰ ਰਿਹਾ ਸੀ। ਤੁਰਕਾਂ ਦੇ ਹਮਲੇ ਦੇ ਕਾਰਨ ਬਹੁਤ ਗਿਣਤੀ ਦੇ ਵਿੱਚ ਯੂਨਾਨੀ ਵਿਦਵਾਨ, ਰੋਮਨ ਵਿਦਵਾਨ, ਜੋ ਕੁਸਤੁਨਤੁਨੀਆ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਬੈਠ ਕੇ ਪੜ੍ਹਾਈ ਕਰ ਰਹੇ ਸਨ, ਬਹੁਤ ਸਾਰੇ ਪੁਰਾਣੇ ਗ੍ਰੰਥ ਆਪਣੇ ਨਾਲ ਲੈ ਕੇ ਵੱਖ-ਵੱਖ ਯੂਰਪੀ ਦੇਸ਼ਾਂ ਵੱਲ ਨੂੰ ਚਲੇ ਗਏ ਸਨ। ਇਹਨਾਂ ਵਿਦਵਾਨਾਂ ਨੇ ਪੁਰਾਣੇ ਗ੍ਰੰਥਾਂ ਦੇ ਆਧਾਰ 'ਤੇ ਕਈ ਨਵੇਂ ਤੱਥਾਂ ਅਤੇ ਵਿਚਾਰਾਂ ਸੰਬੰਧੀ ਪੁਸਤਕਾਂ ਲਿਖੀਆਂ,
ਨਵੇਂ ਗ੍ਰੰਥਾਂ ਦੇ ਪ੍ਰਕਾਸ਼ਿਤ ਹੋਣ ਤੋਂ ਸਾਬਤ ਹੋਇਆ ਕਿ ਪਹਿਲਾਂ ਪਾਦਰੀ ਅਤੇ ਧਰਮ ਸ਼ਾਸਤਰੀ ਮੱਧਕਾਲ ਦੇ ਵਿੱਚ ਈਸਾਈ ਧਰਮ ਦੇ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਰਹੇ ਸਨ। ਹੁਣ ਇਹਨਾਂ ਵਿਦਵਾਨਾਂ ਨੇ ਆਪਣੇ ਨਵੇਂ ਗ੍ਰੰਥਾਂ, ਨਵੀਆਂ ਕਿਤਾਬਾਂ ਦੇ ਰਾਹੀਂ ਸਹਿਣਸ਼ੀਲਤਾ, ਤਰਕਸ਼ੀਲਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾ, ਜਿਹੜਾ ਪੁਨਰ ਜਾਗਰਣ ਦਾ ਮੂਲ ਸਿਧਾਂਤ ਬਣ ਗਏ ਸਨ। ਅਗਲਾ ਪੁਆਇੰਟ, ਉਦਾਰ ਸਮਰਾਟਾਂ ਅਤੇ ਕੁਲੀਨਾਂ ਦਾ ਯੋਗਦਾਨ। ਕਿਹਾ ਜਾਂਦਾ ਹੈ ਵੀ ਪੁਨਰ ਜਾਗਰਣ ਲਿਆਉਣ ਦੇ ਵਿੱਚ ਯੂਰਪੀ ਦੇਸ਼ਾਂ ਦੇ ਉਦਾਰ ਸਮਰਾਟਾਂ, ਕੁਲੀਨਾਂ ਅਤੇ ਪੋਪਾਂ ਨੇ ਵੀ ਕੋਈ ਘੱਟ ਯੋਗਦਾਨ ਨਹੀਂ ਪਾਇਆ। ਫਰਾਂਸ ਦੇ ਸ਼ਾਸਕ ਫਰਾਂਸਿਸ ਪਹਿਲੇ, ਇੰਗਲੈਂਡ ਦੇ ਹੈਨਰੀ 8ਵੇਂ, ਸਪੇਨ ਦੇ ਚਾਰਲਸ 5ਵੇਂ ਅਤੇ ਡੈਨਮਾਰਕ ਦੇ ਕ੍ਰਿਸਚੀਅਨ 7ਵੇਂ, ਇਹਨਾਂ ਉਦਾਰ ਸਮਰਾਟਾਂ ਨੇ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਵਿਦਵਾਨਾਂ, ਕਵੀਆਂ ਦੀ ਖੁੱਲ੍ਹੇ ਦਿਲ ਨਾਲ ਸਰਪ੍ਰਸਤੀ ਕੀਤੀ। ਇਸੇ ਤਰ੍ਹਾਂ ਪੋਪ ਨਿਕੋਲਸ 5ਵੇਂ ਅਤੇ ਲਿਓ 10ਵੇਂ ਨੇ ਯੂਨਾਨੀ ਅਤੇ ਰੋਮਨ ਸਾਹਿਤ, ਸ਼ਿਲਪਕਲਾ ਅਤੇ ਸੰਗੀਤ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਕਈ ਉਦਾਰ ਕੁਲੀਨ ਪਰਿਵਾਰਾਂ ਨੇ ਵੀ ਸਾਹਿਤਕਾਰਾਂ ਦੀ, ਕਲਾਕਾਰਾਂ ਦੀ ਅਤੇ ਖੋਜਕਾਰਾਂ ਦੀ ਉਦਾਰਤਾ ਨਾਲ ਸਰਪ੍ਰਸਤੀ ਕਰਕੇ ਪੁਨਰ ਜਾਗਰਣ ਨੂੰ ਉਤਸ਼ਾਹ ਦਿੱਤਾ। ਪੁਨਰ ਜਾਗਰਣ ਦੇ ਉਥਾਨ ਦੇ ਵਿੱਚ ਮਾਨਵਵਾਦੀ ਵਿਚਾਰਧਾਰਾ ਦੇ ਪ੍ਰਚਾਰ ਦਾ ਮਹੱਤਵਪੂਰਨ ਪ੍ਰਭਾਵ ਪਿਆ ਸੀ। ਅਗਲਾ ਪੁਆਇੰਟ, ਵਿਗਿਆਨਿਕ ਕਾਢਾਂ। ਯੂਰਪੀ ਦੇਸ਼ਾਂ ਦੇ ਲੋਕਾਂ ਦੇ ਚੀਨ ਨਾਲ ਸੰਪਰਕ ਹੋਣ ਕਾਰਨ ਚੀਨ ਦੇ 3 ਪ੍ਰਸਿੱਧ ਆਵਿਸ਼ਕਾਰ, ਕਾਗਜ਼ ਅਤੇ ਛਾਪਾਖਾਨਾ, ਸਮੁੰਦਰੀ ਰਸਤੇ ਬਾਰੇ ਪਤਾ ਲਾਉਣ ਦੇ ਲਈ ਕੰਪਾਸ, ਅਤੇ ਤੀਸਰਾ ਸੀ ਯੁੱਧਾਂ ਵਿੱਚ ਵਰਤਿਆ ਜਾਣ ਵਾਲਾ ਗੋਲਾ ਬਾਰੂਦ, ਯੂਰਪ ਨੂੰ ਪ੍ਰਾਪਤ ਹੋਏ ਸੀ। ਇਹਨਾਂ ਤਿੰਨਾਂ ਆਵਿਸ਼ਕਾਰਾਂ ਨੇ ਯੂਰਪੀ ਦੇਸ਼ਾਂ ਦੇ ਲੋਕਾਂ ਦੇ ਜੀਵਨ ਦੇ ਵਿੱਚ ਇੱਕ ਮਹੱਤਵਪੂਰਨ ਚੇਂਜ ਲਿਆਂਦੀ। ਜਿਵੇਂ ਕਾਗਜ਼ ਅਤੇ ਛਾਪੇਖਾਨੇ ਦੇ ਪ੍ਰਯੋਗ ਦੇ ਨਾਲ ਸਾਹਿਤ ਦਾ, ਸਿੱਖਿਆ ਦਾ ਵਿਕਾਸ ਹੋਇਆ। ਕੰਪਾਸ ਦੀ ਵਰਤੋਂ ਨੇ ਨਵੇਂ ਸਮੁੰਦਰੀ ਰਸਤਿਆਂ ਦੀ ਖੋਜ ਕਰਨ ਦੇ ਵਿੱਚ ਸਹਾਇਤਾ ਕੀਤੀ। ਨਵੇਂ ਸਮੁੰਦਰੀ ਰਸਤਿਆਂ ਦੀ ਖੋਜ ਕੀਤੀ ਗਈ ਇਹਦੀ ਸਹਾਇਤਾ ਦੇ ਨਾਲ। ਅਤੇ ਗੋਲਾ ਬਾਰੂਦ ਦੀ ਵਰਤੋਂ ਨੇ ਵੱਖ-ਵੱਖ ਯੂਰਪੀ ਦੇਸ਼ਾਂ ਦੇ ਸਮਰਾਟਾਂ ਨੂੰ ਸਾਮੰਤਾਂ ਦੀ ਸ਼ਕਤੀ ਨੂੰ ਖਤਮ ਕਰਕੇ ਸ਼ਕਤੀਸ਼ਾਲੀ ਰਾਸ਼ਟਰੀ ਰਾਜ ਕਾਇਮ ਕਰਨ ਦੇ ਵਿੱਚ ਸਹਾਇਤਾ ਦਿੱਤੀ। ਇਹ ਵੀ ਪੁਨਰ ਜਾਗਰਣ ਦੇ ਉਭਾਰ ਦੇ ਵਿੱਚ ਇਹਨਾਂ ਦਾ ਮਹੱਤਵਪੂਰਨ ਸਥਾਨ ਹੈ। ਅਗਲਾ ਪੁਆਇੰਟ, ਨਵੇਂ ਨਗਰਾਂ ਦਾ ਉਥਾਨ। ਮੱਧਕਾਲ ਦੇ ਅੰਤ ਤੱਕ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਨਗਰਾਂ ਦਾ ਵਿਕਾਸ ਹੋ ਚੁੱਕਿਆ ਸੀ, ਜਿਨ੍ਹਾਂ ਦੇ ਵਿੱਚੋਂ ਮਿਲਾਨ, ਵੇਨਿਸ, ਫਲੋਰੈਂਸ, ਰੋਮ, ਲੰਦਨ, ਪੈਰਿਸ, ਫਰੈਂਕਫਰਟ, ਇਹਨਾਂ ਦੇ ਨਾਮ ਵਰਣਨਯੋਗ ਹਨ। ਇਹ ਨਗਰ ਵਪਾਰ ਦੇ ਪੱਖੋਂ ਉਦਯੋਗ ਅਤੇ ਪੂੰਜੀਵਾਦ ਦੇ ਕੇਂਦਰ ਬਣ ਗਏ ਸਨ। ਸ਼ਹਿਰਾਂ ਅਤੇ ਸ਼ਹਿਰੀ ਜੀਵਨ ਦੇ ਵਿਕਾਸ ਨੇ ਸੁਤੰਤਰ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਸੀ। ਇਹਨਾਂ ਸ਼ਹਿਰਾਂ ਦੇ ਲੋਕ ਪੁਰਾਣੀਆਂ ਰੂੜੀਵਾਦੀ ਪਰੰਪਰਾਵਾਂ ਨੂੰ ਅੰਨ੍ਹੇਵਾਹ ਮੰਨਣ ਦੇ ਵਾਸਤੇ ਤਿਆਰ ਨਹੀਂ ਸਨ। ਇਹਨਾਂ ਸ਼ਹਿਰਾਂ ਦੇ ਅਮੀਰ ਲੋਕਾਂ ਕੋਲ ਧਨ ਦੀ ਬਹੁਲਤਾ ਸੀ, ਧਨ ਬਹੁਤ ਸੀ। ਇਹਨਾਂ ਲੋਕਾਂ ਨੇ ਹੀ ਕਲਾਕਾਰਾਂ ਦੀ, ਵਿਦਵਾਨਾਂ ਦੀ ਸਰਪ੍ਰਸਤੀ ਕੀਤੀ ਸੀ, ਉਹਨਾਂ ਨੂੰ ਪ੍ਰੇਰਿਤ ਕੀਤਾ, ਜਿਹਦਾ ਨਤੀਜਾ ਕੀ ਹੁੰਦਾ ਹੈ? ਨਗਰਾਂ ਦੇ ਵਿਕਾਸ ਨੇ ਪੁਨਰ ਜਾਗਰਣ ਅੰਦੋਲਨ
ਲਿਆਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅਗਲਾ ਪੁਆਇੰਟ, ਮੰਗੋਲ ਸਾਮਰਾਜ ਦਾ ਉਥਾਨ। 13ਵੀਂ ਸਦੀ ਦੇ ਵਿੱਚ ਮੱਧ ਏਸ਼ੀਆ ਦੇ ਮੰਗੋਲ ਚੰਗੇਜ਼ ਖਾਂ ਦੀ ਮੌਤ ਪਿੱਛੋਂ ਉਹਦਾ ਉੱਤਰਾਧਿਕਾਰੀ ਕੁਬਲਾਈ ਖਾਂ, ਉਸ ਨੇ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕੀਤਾ। ਇਸ ਦੇ ਵਿੱਚ ਰੂਸ, ਪੋਲੈਂਡ ਅਤੇ ਹੰਗਰੀ ਦੇ ਇਲਾਕੇ ਸ਼ਾਮਲ ਸੀ। ਸਮਾਂ ਪਾ ਕੇ ਕੁਬਲਾਈ ਖਾਂ ਦਾ ਰਾਜ ਦਰਬਾਰ ਵਿਸ਼ਵ ਦੇ ਵਿਦਵਾਨਾਂ ਲਈ ਧਰਮ ਪ੍ਰਚਾਰਕਾਂ ਅਤੇ ਵਪਾਰੀਆਂ ਦੇ ਆਕਰਸ਼ਣ ਦਾ ਕੇਂਦਰ ਬਣ ਗਿਆ ਸੀ। ਕੁਬਲਾਈ ਖਾਂ ਨੇ ਪੋਪ ਦੇ ਦੂਤਾਂ, ਭਾਰਤੀ ਬੁੱਧ ਭਿਕਸ਼ੂਆਂ, ਫਰਾਂਸ ਅਤੇ ਇਟਲੀ ਦੇ ਦਸਤਕਾਰਾਂ ਦੀ ਬੜੀ ਖੁੱਲ੍ਹੇ ਦਿਲ ਨਾਲ ਸਰਪ੍ਰਸਤੀ ਕੀਤੀ। ਇਸ ਸਮੇਂ ਪੀਕਿੰਗ ਅਤੇ ਸਮਰਕੰਦ ਸੱਭਿਆਚਾਰ ਦੇ ਕੇਂਦਰ ਬਣ ਗਏ ਸਨ। ਪੱਛਮ ਅਤੇ ਪੂਰਬ ਦਾ ਅਸਲ ਰੂਪ ਵਿੱਚ ਸੰਪਰਕ ਸਥਾਪਿਤ ਹੋਇਆ ਸੀ। ਇਸ ਸੰਪਰਕ, ਵਿਚਾਰ ਵਟਾਂਦਰੇ ਅਤੇ ਗਿਆਨ ਦੇ ਆਦਾਨ ਪ੍ਰਦਾਨ ਦਾ ਯੂਰਪੀ ਲੋਕਾਂ ਦੇ ਉੱਤੇ ਡੂੰਘਾ ਪ੍ਰਭਾਵ ਪਿਆ ਅਤੇ ਇਸ ਨੇ ਪੁਨਰ ਜਾਗਰਣ ਲਈ ਰਸਤਾ ਸਾਫ਼ ਕਰ ਦਿੱਤਾ।